ਆਵੈ ਕੋ ਸੁਣੈ ਕੋਈ ਕਰੈ ਵਿਚਾਰ। ਕੋ ਉਪਦੇਸ਼ੈ ਕੋ ਦ੍ਰਿੜੈ ਤਿਸ ਕਾ ਹੋਇ ਉਦਾਰ। ਕੋ ਉਪਦੇਸ਼ੈ ਕੋ ਦ੍ਰਿੜੈ ਤਿਸ ਕਾ ਹੋਇ ਉਦਾਰ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਸ਼ਲੋਕ ਸਹਸਕ੍ਰਿਤੀ ਮਹੱਲਾ ਪਹਿਲਾ। ਪੜ੍ਹ ਪੁਸਤਕ ਸੰਧਿਆ ਬਾਦੰ ਸਿਲ ਪੂਜਸ ਬਗਲ ਸਮਾਦੰ। ਮੁਖ ਝੂਠ ਵਿਭੂਖਨ ਸਾਰੰ ਤ੍ਰੈਪਾਲ ਤਿਹਾਲ ਵਿਚਾਰੰ। ਗਲ ਮਾਲਾ ਤਿਲਕ ਲਲਾਟੰ ਦੋਇ ਧੋਤੀ ਬਸਤਰ ਕਪਾਟੰ। ਜੋ ਜਾਨਸ ਬ੍ਰਹਮੰ ਕਰਮੰ ਸਭ ਫੋਕਟ ਨਿਸ਼ਚੈ ਕਰਮੰ। ਕਹੋ ਨਾਨਕ ਨਿਸ਼ਚਉ ਧਿਆਵੈ ਬਿਨ ਸਤਿਗੁਰ ਬਾਟ ਨਾ ਪਾਵੈ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਸ਼ਲੋਕ ਸਹਸਕ੍ਰਿਤੀ ਮਹੱਲਾ ਪਹਿਲਾ। ਪੜ੍ਹ ਪੁਸਤਕ ਸੰਧਿਆ ਬਾਦੰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਤ ਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ। ਆਪ ਸੰਗਤਾਂ ਅੰਮ੍ਰਿਤ ਰੂਪ ਬਾਣੀ ਦੀ ਕਥਾ ਸਰਵਣ ਕਰਦੇ ਹੋ। ਪਿੱਛੇ ਜੋ ਰਾਗਾਂ ਵਿੱਚ ਸਤਿਗੁਰੂ ਨੇ ਬਾਣੀ ਉਚਾਰਨ ਕੀਤੀ ਸੀ ਉਹ ਸੰਪੂਰਨ ਹੋ ਚੁੱਕੀ ਹੈ। ਸ੍ਰੀ ਰਾਗ ਤੋਂ ਲੈ ਕੇ ਜੈ ਜੈਵੰਤੀ ਰਾਗ ਤੱਕ 31 ਰਾਗ ਹਨ। ਕੁਝ ਮਿਸ਼ਰਤ ਰਾਗ ਵੀ ਗੁਰੂ ਮਹਾਰਾਜ ਨੇ ਲਿਖੇ ਹਨ। 31 ਮੁੱਖ ਰਾਗਾਂ ਦੇ ਵਿੱਚ ਕੁਝ ਮਿਸ਼ਰਤ ਰਾਗਾਂ ਦੇ ਵਿੱਚ ਹਜ਼ੂਰ ਨੇ ਬਾਣੀ ਉਚਾਰਨ ਕੀਤੀ। ਅਤੇ ਹੁਣ ਅੱਗੇ ਜਿਹੜੀ ਬਾਣੀ ਆਰੰਭ ਹੋ ਰਹੀ ਹੈ ਉਹ ਸਹਸਕ੍ਰਿਤੀ ਸ਼ਲੋਕ ਹਨ। ਭਾਵ ਕਾਵ ਰਚਨਾ ਦੇ ਵਿੱਚ, ਕੇਵਲ ਕਾਵ ਰਚਨਾ ਦੇ ਵਿੱਚ ਪਿੰਗਲ ਅਨੁਸਾਰ ਅੱਗੇ ਬਾਣੀ ਆਰੰਭ ਹੋ ਰਹੀ ਹੈ। ਪਹਿਲਾਂ ਰਾਗ ਮੁੱਖ ਸੀ, 31 ਰਾਗਾਂ ਵਿੱਚ ਬਾਣੀ ਉਚਾਰਨ ਕੀਤੀ ਗਈ ਅਤੇ ਉਸ ਨੂੰ ਲਿਖਿਆ ਗਿਆ। ਹੁਣ ਅੱਗੇ ਕਾਵ ਰਚਨਾ ਦੇ ਵਿੱਚ ਪਿੰਗਲ ਅਨੁਸਾਰ ਸਹਸਕ੍ਰਿਤੀ ਸ਼ਲੋਕ, ਫਿਰ ਉਸ ਤੋਂ ਬਾਅਦ ਗਾਥਾ ਬਾਣੀ, ਫੁਨਹ ਚੌ ਬੋਲੇ, ਕਬੀਰ ਜੀ ਦੇ ਸ਼ਲੋਕ, ਬਾਬਾ ਫਰੀਦ ਜੀ ਦੇ ਸ਼ਲੋਕ, ਫਿਰ ਅੱਗੇ ਗੁਰੂ ਅਰਜਨ ਦੇਵ ਮਹਾਰਾਜ ਦੇ ਸਵਈਏ, ਫਿਰ 17 ਭੱਟਾਂ ਦੇ ਸਵਈਏ ਆਉਣਗੇ। ਉਹ ਸਾਰੀ ਬਾਣੀ ਕਾਵ ਰਚਨਾ ਨਾਲ ਸੰਬੰਧਿਤ ਹੈ। ਸੋ ਇਹ ਜਿਹੜੀ ਬਾਣੀ ਹੈ ਕਿੱਥੇ ਉਚਾਰਨ ਕੀਤੀ, ਜਿਸ ਨੂੰ ਕਹਿੰਦੇ ਨੇ ਉਥਾਨਕਾ। ਸੰਪਰਦਾਇ ਭਿੰਡਰਾਂ ਦੇ ਵਿੱਚ ਅਤੇ ਦਮਦਮੀ ਟਕਸਾਲ ਦੇ ਮਹਾਂਪੁਰਖ ਇਹਦੀ ਉਥਾਨਕਾ ਇਹ ਸਰਵਣ ਕਰਵਾਉਂਦੇ ਹਨ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਆਪ ਨਾਰਾਇਣ ਕਲਾ ਤਾਰ ਜਗ ਮੈਂ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਜਦੋਂ ਕਾਂਸ਼ੀ ਵਿੱਚ ਗਏ ਤਾਂ ਉਸ ਵੇਲੇ ਬਹੁਤ ਸਾਰੇ ਜਿਹੜੇ ਬ੍ਰਾਹਮਣ ਲੋਕ ਸਨ ਉੱਥੇ ਪੂਜਾ ਪਾਠ ਕਰ ਰਹੇ ਸਨ।
ਇੱਕ ਗੋਪਾਲ ਨਾਮ ਦਾ ਪੰਡਤ, ਪੂਰਾ ਨਾਮ ਗੋਪਾਲ ਦਾਸ ਹੋਵੇਗਾ, ਉਹ ਵੀ ਮੂਰਤੀਆਂ ਦੀ ਪੂਜਾ ਕਰ ਰਿਹਾ ਸੀ। ਅਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਉਸ ਦੇ ਪਾਸ ਚਲੇ ਜਾਂਦੇ ਹਨ। ਅਤੇ ਜਦੋਂ ਪੂਜਾ ਕਰ ਰਿਹਾ ਸੀ, ਉਹਦਾ ਧਿਆਨ ਤਾਂ ਹੋਰ ਪਾਸੇ ਸੀ, ਬਈ ਕੋਈ ਭੇਟਾ ਪੂਜਾ ਮੱਥਾ ਟੇਕਣ ਵਾਲਾ ਕੋਈ ਆਦਮੀ ਮੇਰੇ ਕੋਲ ਆਉਂਦਾ ਕਿ ਨਹੀਂ ਆਉਂਦਾ। ਜਦੋਂ ਗੁਰੂ ਮਹਾਰਾਜ ਉਸ ਦੇ ਪਾਸ ਗਏ, ਉਹਨੇ ਆਖਿਆ ਵੀ ਇਹਨਾਂ ਨੇ ਭੇਟਾ ਪੂਜਾ ਤੇ ਕੋਈ ਮੈਨੂੰ ਅਰਪਣ ਕੀਤੀ ਹੀ ਨਹੀਂ, ਉਲਟਾ ਉਹਨਾਂ ਦੇ ਮਗਰ ਪੈ ਗਿਆ। ਕਹਿਣ ਲੱਗਾ, ਮੈਂ ਤਾਂ ਇਸ਼ਨਾਨ ਕਰਕੇ ਪੂਜਾ ਕਰ ਰਿਹਾ ਸੀ, ਪਰ ਤੁਸੀਂ ਬਿਨਾਂ ਇਸ਼ਨਾਨ ਕੀਤਿਆਂ, ਬਿਨਾਂ ਪੈਰ ਧੋਤਿਆਂ, ਬਿਨਾਂ 5 ਇਸ਼ਨਾਨਾਂ ਕੀਤਿਆਂ ਤੁਸੀਂ ਆ ਕੇ ਮੇਰਾ ਪੂਜਾ ਦਾ ਸਥਾਨ ਭ੍ਰਸ਼ਟ ਕਰ ਦਿੱਤਾ ਹੈ। ਤਾਂ ਗਰੀਬ ਨਿਵਾਜ ਸਤਿਗੁਰੂ ਮਹਾਰਾਜ ਨੇ ਫਿਰ ਗੋਪਾਲ ਪੰਡਤ ਦੇ ਪਰਥਾਏ ਇਹ 4 ਸ਼ਲੋਕ ਉਚਾਰਨ ਕੀਤੇ ਅਤੇ ਕਹਿਣ ਲੱਗੇ, ਭਾਈ ਤੂੰ ਜੋ ਪੂਜਾ ਕਰ ਰਿਹਾ ਹੈ, ਇਹ ਅਸਲੀ ਵਾਹਿਗੁਰੂ ਦੀ ਪੂਜਾ ਨਹੀਂ ਹੋ ਸਕਦੀ। ਉਸ ਦੀ ਪੂਜਾ ਕੀ ਹੈ? ਤੇਰਾ ਨਾਮ ਕਰੀ ਚਨਨਾਠੀਆ, ਜੇ ਮਨ ਉਰਸਾ ਹੋਏ, ਕਰਨੀ ਕੁੰਗੂ ਜੇ ਰਲੈ, ਕਟ ਅੰਤਰ ਪੂਜਾ ਹੋਏ, ਪੂਜਾ ਕੀਚੈ ਨਾਮ ਤੇ ਆਈਐ, ਬਿਨ ਨਾਵੈ ਪੂਜਨਾ ਹੋਏ। ਨਾਮ ਤੋਂ ਬਿਨਾਂ ਉਸ ਅਕਾਲ ਪੁਰਖ ਵਾਹਿਗੁਰੂ ਦੀ ਪੂਜਾ ਨਹੀਂ ਹੋ ਸਕਦੀ। ਅਤੇ ਫਿਰ ਇਹਦੇ ਪਰਥਾਏ ਗੁਰੂ ਮਹਾਰਾਜ ਨੇ ਸ਼ਲੋਕ ਉਚਾਰਨ ਕੀਤੇ। ਇੱਥੇ ਇੱਕ ਹੋਰ ਵੀ ਨਾਲ ਮਹਾਂਪੁਰਖ ਪ੍ਰਸੰਗ ਸੁਣਾਉਂਦੇ ਸਨ। ਅਤੇ ਫਿਰ ਇਹ ਗੋਪਾਲ ਪੰਡਤ ਦੂਜੇ ਪੰਡਤਾਂ ਕੋਲ ਗਿਆ ਅਤੇ ਜਾ ਕੇ ਕਹਿਣ ਲੱਗਾ, ਕਹਿੰਦਾ ਵੀ ਗੁਰੂ ਨਾਨਕ ਸਾਹਿਬ ਸਿੱਖਾਂ ਦੇ ਸਤਿਗੁਰੂ ਆਏ ਨੇ, ਚਲੋ ਆਪਾਂ ਉਹਨਾਂ ਦੇ ਨਾਲ ਜਾ ਕੇ ਚਰਚਾ ਕਰੀਏ। ਗੋਪਾਲ ਪੰਡਤ ਉਹਨਾਂ ਦਾ ਆਗੂ ਬਣਿਆ। ਬਹੁਤ ਸਾਰੇ ਪੰਡਤ ਇਕੱਠੇ ਹੋ ਕੇ ਜਿੱਥੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਆਸਣ ਲਾਈ ਬੈਠੇ ਸਨ, ਉੱਥੇ ਚਰਚਾ ਕਰਨ ਵਾਸਤੇ ਆਏ ਅਤੇ ਆ ਕੇ ਕਹਿਣ ਲੱਗੇ, ਤੁਹਾਨੂੰ ਪਤਾ ਵੀ ਇਹ ਕਾਂਸ਼ੀ ਸਨਾਤਨ ਵਿਦਿਆ ਦੀ ਯੂਨੀਵਰਸਿਟੀ ਹੈ, ਮਹਾਂਵਿਦਿਆਲਾ ਹੈ, ਤੁਸੀਂ ਸਾਡੇ ਨਾਲ ਚਰਚਾ ਕਰੋ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਉੱਥੇ ਇੱਕ ਮਰਿਆ ਕੁੱਤਾ ਪਿਆ ਸੀ, ਉਹਦੇ ਵੱਲ ਦੇਖ ਕੇ ਕਹਿਣ ਲੱਗੇ, ਤੇਰੇ ਜਾਤ ਭਾਈ ਆਏ ਨੇ, ਤੂੰ ਇਹਨਾਂ ਦੇ ਨਾਲ ਚਰਚਾ ਕਰ। ਇਹ ਗੱਲ ਸੁਣ ਕੇ ਸਾਰੇ ਪੰਡਤ ਬਹੁਤ ਖਫਾ ਹੋਏ, ਪਰੇਸ਼ਾਨ ਹੋ ਗਏ। ਕਹਿਣ ਲੱਗੇ, ਤੁਸੀਂ ਸਾਨੂੰ ਕੁੱਤਿਆਂ ਦੇ ਨਾਲ ਰਲਾ ਦਿੱਤਾ। ਤੁਸੀਂ ਮਰੇ ਕੁੱਤੇ ਨੂੰ ਕਹਿ ਰਹੇ ਹੋ ਵੀ ਤੂੰ ਆਪਣੇ ਜਾਤ ਭਾਈਆਂ ਦੇ ਨਾਲ ਚਰਚਾ ਕਰ। ਇਹ ਤੁਸੀਂ ਬਹੁਤ ਵੱਡੀ ਸਾਡੀ ਤੌਹੀਨ ਕੀਤੀ ਹੈ। ਤਾਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਗੋਪਾਲ ਦਾ ਤੈਨੂੰ ਪਤਾ ਹੈ ਉਹ ਕੁੱਤਾ ਕੌਣ ਹੈ? ਇਹ ਤੇਰਾ ਦਾਦਾ ਸੀ ਵਿਸ਼ਨ ਦੱਤ। ਕਿਸੇ ਕਮਾਈ ਵਾਲੇ ਸਾਧੂ ਦੇ ਨਾਲ ਚਰਚਾ ਕਰਨ ਵਾਸਤੇ ਗਿਆ। ਉਹ ਹੁਣ ਨਾਮ ਜਪਣ ਵਾਲਾ ਸੀ, ਬੰਦਗੀ ਕਰਨ ਵਾਲਾ ਸੀ, ਪੜ੍ਹਿਆ ਲਿਖਿਆ ਘੱਟ ਸੀ। ਉਹ ਕਹਿਣ ਲੱਗਾ, ਭਰਾਵਾ ਮੈਂ ਤੇਰੇ ਨਾਲ ਚਰਚਾ ਨਹੀਂ ਕਰ ਸਕਦਾ, ਤੂੰ ਕਿਸੇ ਹੋਰ ਨਾਲ ਜਾ ਕੇ ਚਰਚਾ ਕਰ। ਇਹ ਉਹਦਾ ਖਹਿੜਾ ਹੀ ਨਾ ਛੱਡੇ। ਆਖੀਰ ਉਹਦੇ ਮੂੰਹੋਂ ਬਚਨ ਨਿਕਲਿਆ, ਤੂੰ ਕਿਵੇਂ ਕੁੱਤੇ ਵਾਂਗੂ ਮੇਰੇ ਮਗਰ ਪਿਆ ਹੋਇਆ, ਮੇਰਾ ਖਹਿੜਾ ਹੀ ਨਹੀਂ ਛੱਡਦਾ। ਇਹ ਗੱਲ ਕਹਿਣ ਦੇ ਨਾਲ ਤੇਰੇ ਦਾਦੇ ਨੂੰ ਕੁੱਤਾ ਬਣਨਾ ਪਿਆ ਸੀ, ਅਤੇ ਹੁਣ ਇਹਨੂੰ ਸਾਡੇ ਦਰਸ਼ਨ ਹੋ ਗਏ ਨੇ, ਸਾਡੀ ਅਮਰ ਦ੍ਰਿਸ਼ਟੀ ਇਹਦੇ ਉੱਤੇ ਪੈ ਗਈ ਹੈ, ਅਤੇ ਹੁਣ ਅਸੀਂ ਇਹਦੀ ਕਲਿਆਣ ਕਰਨ ਵਾਸਤੇ ਆਏ ਸੀ। ਅਤੇ ਫਿਰ ਇਹ ਕਹਿਣ ਲੱਗਾ, ਮੈਨੂੰ ਕਿਵੇਂ ਯਕੀਨ ਆਵੇ? ਅਤੇ ਗੁਰੂ ਮਹਾਰਾਜ ਕਹਿੰਦੇ, ਲੈ ਹੁਣ ਇਹਦੇ ਨਾਲ ਹੀ ਤੇਰੀਆਂ ਗੱਲਾਂ ਕਰਵਾ ਦਿੰਦੇ। ਜਦੋਂ ਗੁਰੂ ਮਹਾਰਾਜ ਨੇ ਆਖਿਆ ਨਾ, ਭਾਈ ਤੇਰੇ ਜਾਤ ਭਾਈ ਆਏ ਨੇ, ਇਹਨਾਂ ਨਾਲ ਚਰਚਾ ਕਰ। ਇਹ ਕੁੱਤਾ ਮਰਿਆ ਹੋਇਆ ਜਿਉਂਦਾ ਹੋ ਗਿਆ। ਅਤੇ ਉਹ ਸਾਰੇ ਪੰਡਤਾਂ ਦੇ ਸਾਹਮਣੇ ਹੋ ਕੇ ਕਹਿਣ ਲੱਗਾ, ਆਓ ਭਰਾਵੋ, ਦੱਸੋ ਕਿਹੜੀ ਚਰਚਾ ਕਰਨੀ ਚਾਹੁੰਦੇ ਹੋ? ਗੋਪਾਲ ਦੱਤ ਹੈਰਾਨ ਹੋਇਆ ਵੀ ਇਹ ਕੁੱਤਾ ਬੰਦੇ ਵਾਂਗੂ ਕਿਵੇਂ ਬੋਲਣ ਲੱਗ ਪਿਆ।
ਇਹਦੀ ਆਵਾਜ਼ ਮੇਰੇ ਦਾਦੇ ਨਾਲ ਮਿਲਦੀ ਜੁਲਦੀ ਹੈ। ਕਹਿਣ ਲੱਗਾ ਬਈ ਤੁਸੀਂ ਕੁੱਤੇ ਕਿਵੇਂ ਬਣ ਗਏ? ਉਹ ਕਹਿਣ ਲੱਗਾ ਤੁਸੀਂ ਵੀ ਚਰਚਾ ਕਰਦੇ ਹੋ, ਆਪਸ ਵਿੱਚ ਖੁੰਡ ਚਰਚਾ ਕਰ ਲਿਆ ਕਰੋ, ਕੋਈ ਹਰਜ ਨਹੀਂ, ਪਰ ਕਿਸੇ ਕਮਾਈ ਵਾਲੇ ਮਹਾਂਪੁਰਖਾਂ ਦੇ ਨਾਲ ਬਹਿਸ ਮੁਬਾਹਿਸਾ ਨਾ ਕਰੋ। ਕਿਸੇ ਮਹਾਂਪੁਰਖ ਦੇ ਬਚਨਾਂ ਦੇ ਨਾਲ ਹੀ ਮੈਂ ਕੁੱਤਾ ਬਣਿਆ ਸੀ। ਇੰਨੀ ਗੱਲ ਕਹੀ ਅਤੇ ਉਸ ਵੇਲੇ ਗੋਪਾਲ ਦੱਤ ਚਰਨੀ ਢਹਿ ਪਿਆ। ਕਹਿਣ ਲੱਗਾ ਮਹਾਰਾਜ ਮੇਰੀ ਭੁੱਲ ਮਾਫ਼ ਕਰ ਦਿਓ ਅਤੇ ਮੇਰੇ ਦਾਦੇ ਦੀ ਕਲਿਆਣ ਕਰੋ। ਅਤੇ ਫਿਰ ਉਹਦੇ ਦਾਦੇ ਦੀ ਗੁਰੂ ਮਹਾਰਾਜ ਨੇ ਕਲਿਆਣ ਕੀਤੀ। ਹਰੀ ਲਾਲ ਅਤੇ ਕ੍ਰਿਸ਼ਨ ਲਾਲ ਇਹਦੇ ਪੋਤਰੇ ਸਨ ਗੋਪਾਲ ਦੱਤ ਦੇ, ਜਿਹੜੇ ਗੁਰੂ ਅਰਜਨ ਦੇਵ ਮਹਾਰਾਜ ਦੀ ਸ਼ਰਨ ਵਿੱਚ ਆਏ। ਉਹਨਾਂ ਪ੍ਰਥਾएं ਅਗਲੇ ਸ਼ਲੋਕ ਉਚਾਰਨ ਕੀਤੇ ਗਏ ਸਨ। ਲਓ ਹੁਣ ਪਹਿਲਾਂ ਗੁਰੂ ਮਹਾਰਾਜ ਨੇ ਮਹਾਮੰਤਰ ਰੂਪ ਮੰਗਲਾਚਰਨ ਲਿਖਿਆ ਹੈ, ਉਹਦੇ ਅਰਥ ਸੁਣੋ, ਫਿਰ ਅੱਗੇ ਬਾਣੀ ਦੀ ਕਥਾ ਹੋਵੇਗੀ। ਇੱਕ ਓੰਕਾਰ ਸਤਨਾਮ। ਉਹ ਅਕਾਲ ਪੁਰਖ ਵਾਹਿਗੁਰੂ ਇੱਕ ਅਦਵੈਤ ਸਰੂਪ ਹੈ। ਓੰਕਾਰ ਸਾਰਿਆਂ ਦਾ ਪ੍ਰਕਾਸ਼ਕ ਹੈ। ਸਤ ਨਾਸ ਤੋਂ ਰਹਿਤ, ਨਾਮ ਪ੍ਰਸਿੱਧ ਹੈ। ਅਥਵਾ ਇੱਕ ਓੰਕਾਰ ਹੀ ਸਤਨਾਮ ਸੱਚਾ ਨਾਮ ਹੈ। ਗੁਰਬਾਣੀ ਵਿੱਚ ਬਚਨ ਆਉਂਦੇ ਨੇ, ਕੀਰਤਮ ਨਾਮ ਕਥੇ ਤੇਰੀ ਜਿਹਬਾ, ਸਤਨਾਮ ਤੇਰਾ ਪਰਾ ਪੂਰਬਲਾ। ਸਤਨਾਮ ਸੱਚਾ ਨਾਮ ਕਿਹੜਾ ਹੈ? ਇੱਕ ਓੰਕਾਰ। ਇਹਨੂੰ ਅਨਾਦਿ ਨਾਮ ਵੀ ਆਖਿਆ ਜਾਂਦਾ। ਓੰਕਾਰ ਵਾਹਿਗੁਰੂ ਦੇ ਮੁਖੋਂ ਨਿਕਲਿਆ ਨਾਮ ਹੈ, ਇਸੇ ਲਈ ਇੱਕ ਓੰਕਾਰ ਨੂੰ ਸੱਚਾ ਨਾਮ ਆਖਿਆ। ਇੱਕ ਓੰਕਾਰ ਹੀ ਸੱਚਾ ਨਾਮ ਹੈ। ਕਰਤਾ ਪੁਰਖ, ਫਿਰ ਉਹ ਵਾਹਿਗੁਰੂ ਕਰਤਾ ਸਿਰਜਣਹਾਰ ਹੈ, ਪੁਰਖ ਵਿਆਪਕ ਸਰੂਪ ਹੈ। ਨਿਰਭਉ ਨਿਰਵੈਰ, ਫਿਰ ਉਹ ਅਕਾਲ ਪੁਰਖ ਵਾਹਿਗੁਰੂ ਨਿਰਭਉ ਹਰ ਤਰ੍ਹਾਂ ਦੇ ਭੈ ਤੋਂ ਰਹਿਤ ਹੈ। ਉਹ ਨਾ ਕਿਸੇ ਤੋਂ ਡਰਦਾ, ਨਾ ਕਿਸੇ ਨੂੰ ਡਰਾਉਂਦਾ ਹੈ। ਅਤੇ ਨਿਰਵੈਰ, ਫਿਰ ਉਹ ਵੈਰ ਤੋਂ ਵੀ ਰਹਿਤ ਹੈ। ਅਕਾਲ ਮੂਰਤ, ਉਸ ਵਾਹਿਗੁਰੂ ਦੀ ਮੂਰਤ ਹਸਤੀ ਅਕਾਲ, ਕਾਲ ਤੋਂ ਪਰੇ। ਅਜੂਨੀ, ਫਿਰ ਉਹ ਵਾਹਿਗੁਰੂ ਕਦੀ ਜੂਨਾਂ ਵਿੱਚ ਨਹੀਂ ਆਉਂਦਾ। ਸਹਿਪੰ ਸੁਤੇ ਪ੍ਰਕਾਸ਼ ਰੂਪ ਹੈ। ਮਿਲਦਾ ਕਿਵੇਂ ਹੈ? ਗੁਰਪ੍ਰਸਾਦ, ਗੁਰੂ ਦੀ ਕਿਰਪਾ ਨਾਲ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਪ੍ਰਾਪਤ ਹੁੰਦਾ ਹੈ। ਅੱਗੇ ਸ਼ਲੋਕ ਸਹਿਸਕ੍ਰਿਤੀ ਮਹੱਲਾ ਪਹਿਲਾ। ਇਹ 4 ਸ਼ਲੋਕ ਨੇ। ਸ਼ਲੋਕ ਕਾਵ ਰਚਨਾ ਵਿੱਚ ਛੰਦਾ ਨਾਮ ਹੈ। ਸਹਿਸਕ੍ਰਿਤ ਭਾਸ਼ਾ ਦਾ ਨਾਮ ਹੈ। ਇਹ ਸੰਸਕ੍ਰਿਤ ਤੋਂ ਵੱਖਰੀ ਭਾਸ਼ਾ ਹੈ ਅਤੇ ਇਹਦਾ ਸੰਬੰਧ ਪ੍ਰਾਕ੍ਰਿਤ ਭਾਸ਼ਾ ਦੇ ਨਾਲ ਜੁੜਦਾ। ਵਿਦਵਾਨਾਂ ਨੇ ਸਹਿਸਕ੍ਰਿਤੀ ਦਾ ਅਰਥ ਪ੍ਰਾਕ੍ਰਿਤ ਭਾਸ਼ਾ ਵੀ ਕੀਤਾ। ਇਹ ਸਹਿਸਕ੍ਰਿਤੀ ਪ੍ਰਾਕ੍ਰਿਤ ਭਾਸ਼ਾ ਦੇ ਸ਼ਲੋਕ ਮਹੱਲਾ ਪਹਿਲਾ ਪਹਿਲੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਨੇ ਉਚਾਰਨ ਕੀਤੇ ਹਨ। ਹੁਣ ਅੱਗੇ ਬਾਣੀ ਦੀ ਕਥਾ ਆਰੰਭ ਹੋ ਰਹੀ ਹੈ। ਪਖੰਡ ਦਾ ਖੰਡਨ ਕੀਤਾ ਹੈ। ਆਪ ਸੰਗਤਾਂ ਪ੍ਰੇਮ ਦੇ ਨਾਲ ਪਾਵਨ ਬਾਣੀ ਦੀ ਵਿਚਾਰ ਸਰਵਣ ਕਰੋ ਅਤੇ ਇੱਕ ਵਾਰ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਪੜ੍ਹ ਪੁਸਤਕ ਸੰਧਿਆ ਬਾਦੰ। ਗਰੀਬ ਨਿਵਾਜ ਸਤਿਗੁਰੂ ਜੀ ਫਰਮਾਉਂਦੇ ਨੇ, ਤੁਹਾਡੇ ਪੰਡਤਾਂ ਦਾ ਸੁਭਾਅ ਕੀ ਹੈ, ਕਿਰਦਾਰ ਕੀ ਹੈ, ਆਦਰਸ਼ ਕੀ ਹੈ। ਪੜ੍ਹ ਪੁਸਤਕ, ਤੁਸੀਂ ਪੁਸਤਕਾਂ ਨੂੰ ਪੜ੍ਹਦੇ ਹੋ। 4 ਵੇਦ, 4 ਉਪਵੇਦ, 18 ਪੁਰਾਣ, 27 ਸਿਮਰਤੀਆਂ, ਗੀਤਾ, ਰਮਾਇਣ ਆਦਿਕ। ਤੁਸੀਂ ਇਹਨਾਂ ਸਾਰੀਆਂ ਪੁਸਤਕਾਂ ਨੂੰ, ਗ੍ਰੰਥਾਂ ਨੂੰ ਪੜ੍ਹਦੇ ਹੋ ਅਤੇ ਫਿਰ ਹੋਰ ਕੀ ਕਰਦੇ ਹੋ? ਸੰਧਿਆ, 3 ਕਾਲ ਸੰਧਿਆ ਵੀ ਕਰਦੇ ਹੋ। ਇੱਕ ਜਦੋਂ ਸੂਰਜ ਚੜ੍ਹਦਾ ਹੈ, ਦੁਪਹਿਰੇ ਜਦੋਂ ਸੂਰਜ ਢਲਦਾ ਹੈ, ਸ਼ਾਮ ਨੂੰ ਜਦੋਂ ਸੂਰਜ ਛਿਪਦਾ ਹੈ। ਇਹ 3 ਸੰਧਿਆ ਨੇ। ਤੁਸੀਂ ਧਰਮ ਗ੍ਰੰਥਾਂ ਨੂੰ ਪੜ੍ਹਦੇ ਵੀ ਹੋ ਅਤੇ 3 ਸੰਧਿਆ ਵੀ ਕਰਦੇ ਹੋ ਅਤੇ ਨਾਲ ਬਾਦੰ ਚਰਚਾ ਵੀ ਕਰਦੇ ਹੋ। ਚਰਚਾ 4 ਪ੍ਰਕਾਰ ਦੀ ਮੰਨੀ ਹੈ। ਹੀਤ ਚਰਚਾ,
ਵਾਦ ਚਰਚਾ, ਜਲਪ ਚਰਚਾ ਅਤੇ ਵਤੰਡਾ ਚਰਚਾ। ਲਓ, ਹਜ਼ੂਰ ਕਹਿੰਦੇ ਨੇ ਤੁਸੀਂ ਪੁਸਤਕਾਂ ਨੂੰ ਪੜ੍ਹਦੇ ਹੋ, 3 ਸੰਧਿਆ ਵੀ ਕਰਦੇ ਹੋ ਅਤੇ ਨਾਲ ਤੁਸੀਂ ਕਈ ਪ੍ਰਕਾਰ ਦੀ ਚਰਚਾ ਵੀ ਕਰਦੇ ਹੋ। ਸਿਲ ਪੂਜਸ ਬਗਲ ਸਮਾਦੰ। ਫਿਰ ਤੁਸੀਂ ਸਿਲ ਦਾ ਅਰਥ ਹੈ ਪੱਥਰਾਂ ਦੀਆਂ ਮੂਰਤੀਆਂ ਬਣਾ ਕੇ, ਜਾਂ ਜਿਹੜਾ ਸ਼ਿਵਲਿੰਗ ਹੈ ਉਹ ਵੀ ਪੱਥਰ ਦੀ ਮੂਰਤੀ ਦਾ ਹੀ ਹੁੰਦਾ, ਪੱਥਰ ਦੀ ਆਕ੍ਰਿਤੀ ਹੁੰਦੀ ਹੈ। ਤੁਸੀਂ ਉਹਨਾਂ ਪੱਥਰਾਂ ਦੀ ਪੂਜਾ ਕਰਦੇ ਹੋ, ਪੱਥਰ ਦੀਆਂ ਮੂਰਤੀਆਂ ਬਣਾ ਕੇ ਉਹਨਾਂ ਦੀ ਪੂਜਾ ਕਰਦੇ ਹੋ ਅਤੇ ਬਗਲ ਸਮਾਧਨ, ਅਤੇ ਬਗਲੇ ਵਾਲੀ ਸਮਾਧੀ ਲਾ ਕੇ ਬੈਠਦੇ ਹੋ। ਇਹਦਾ ਮਤਲਬ ਇਹ ਹੈ ਤੁਹਾਡੀ ਅੰਦਰੋਂ ਸੁਰਤ ਤੇ ਜੁੜਦੀ ਨਹੀਂ ਹੈ, ਅੰਦਰੋਂ ਧਿਆਨ ਤੁਹਾਡਾ ਜੁੜਦਾ ਨਹੀਂ ਹੈ। ਸਿਰਫ ਅੱਖਾਂ ਮੀਚ ਕੇ ਅਤੇ ਬਸ ਬੈਠ ਜਾਂਦੇ ਹੋ। ਅੰਦਰ ਤੁਹਾਡੇ ਮਾਇਆ ਦੀ ਇੱਛਾ ਹੁੰਦੀ ਹੈ, ਇਹੀ ਦੇਖਦੇ ਰਹਿੰਦੇ ਹੋ ਵੀ ਕੋਈ ਆ ਕੇ ਭੇਟਾ ਪੂਜਾ ਚੜ੍ਹਾਵੇ। ਧਿਆਨ ਮਾਇਆ ਵਾਲੇ ਪਾਸੇ ਹੁੰਦਾ। ਜੇ ਤਾਂ ਰੱਬ ਨਾਲ ਧਿਆਨ ਜੁੜਿਆ ਹੋਵੇ ਫਿਰ ਸੱਚੀ ਲਿਵ ਹੈ, ਅਤੇ ਜੇ ਵਾਹਿਗੁਰੂ ਨਾਲ ਧਿਆਨ ਨਹੀਂ ਜੁੜਿਆ ਅਤੇ ਫਿਰ ਤੁਹਾਡੀ ਝੂਠੀ ਲਿਵ ਹੈ। ਆਨੰਦ ਸਾਹਿਬ ਬਾਣੀ ਵਿੱਚ ਗੁਰੂ ਅਮਰਦਾਸ ਮਹਾਰਾਜ ਨੇ ਫਰਮਾਇਆ, ਸਾਚੀ ਲਿਵੈ ਬਿਨ ਦੇਹ ਨਿਮਾਣੀ। ਦੇਹ ਨਿਮਾਣੀ ਲਿਵੈ ਬਾਝਹੁ, ਕਿਆ ਕਰੇ ਵਿਚਾਰੀਆ। ਸੱਚੀ ਲਿਵ ਤੋਂ ਬਿਨਾਂ ਤੁਸੀਂ ਜਿਹੜੀ ਸਮਾਧੀ ਲਾਉਂਦੇ ਹੋ ਇਹ ਝੂਠੀ ਸਮਾਧੀ ਹੈ, ਇਹ ਬਗਲੇ ਵਾਲੀ ਸਮਾਧੀ ਹੈ। ਕਿਉਂਕਿ ਬਗਲਾ ਇੱਕ ਪੈਰ ਦੇ ਭਾਰ ਖਲੋ ਕੇ ਅੱਖਾਂ ਮੀਟ ਲੈਂਦਾ, ਐਨ ਅਡੋਲ ਹੋ ਕੇ ਖੜ੍ਹਦਾ, ਅਤੇ ਜਦੋਂ ਕੋਈ ਡੱਡੀ ਮੱਛੀ ਆਉਂਦੀ ਹੈ ਅਤੇ ਫਿਰ ਉਹਨੂੰ ਹੜੱਪਣ ਲੱਗਿਆਂ ਮਿੰਟ ਸੈਕਿੰਡ ਵੀ ਨਹੀਂ ਲਾਉਂਦਾ। ਤੁਹਾਡੀ ਵੀ ਇਹੋ ਜਿਹੀ ਹਾਲਤ ਹੈ ਮਨ ਦੀ, ਤੁਸੀਂ ਬਗਲੇ ਵਾਲੀ ਸਮਾਧੀ ਲਾਉਂਦੇ ਹੋ। ਮੁਖ ਝੂਠ ਵਿਭੂਖਨ ਫਾਰੰ। ਗਰੀਬਨ ਵਾਜ ਸਤਿਗੁਰੂ ਜੀ ਫਰਮਾਉਂਦੇ ਨੇ, ਮੁਖ ਤੋਂ ਝੂਠ ਬੋਲਦੇ ਹੋ ਅਤੇ ਫਿਰ ਝੂਠ ਬੋਲ ਕੇ ਵਿਭੂਖਣ ਸਾਰੰ, ਜਿਵੇਂ ਸਾਰ ਸਰੀਰ ਸੋਨੇ ਦਾ ਗਹਿਣਾ ਹੁੰਦਾ ਅਤੇ ਝੂਠ ਨੂੰ ਤੁਸੀਂ ਸੋਨੇ ਦਾ ਗਹਿਣਾ ਬਣਾ ਕੇ ਪੇਸ਼ ਕਰਦੇ ਹੋ। ਭਾਵ ਪਖੰਡ ਨੂੰ, ਝੂਠ ਨੂੰ ਸੋਹਣਾ ਬਣਾ ਕੇ ਧਰਮ ਦਾ ਭੇਸ ਅਤੇ ਧਰਮ ਦੀ ਪਾਲਿਸ਼ ਕਰਕੇ ਅਤੇ ਸੋਨੇ ਦਾ ਗਹਿਣਾ ਬਣਾ ਕੇ ਤੁਸੀਂ ਲੋਕਾਂ ਨੂੰ ਭਰਮਾਉਂਦੇ ਹੋ। ਤ੍ਰੈਪਾਲ ਤਿਹਾਲ ਵਿਚਾਰੰ। ਤ੍ਰੈਪਾਲ ਤੋਂ ਭਾਵ ਹੈ ਗਾਇਤਰੀ ਮੰਤਰ, ਜਿਸ ਦੀਆਂ 3 ਪਾਲ 3 ਪੰਕਤੀਆਂ ਨੇ। ਗਾਇਤਰੀ ਮੰਤਰ ਦਾ ਤੁਸੀਂ ਜਾਪ ਕਰਦੇ ਹੋ ਅਤੇ ਤਿਹਾਲ 3 ਕਾਲ, ਭੂਤ ਭਵਿੱਖ ਵਰਤਮਾਨ, ਅਥਵਾ ਜਿਹੜੇ 3 ਸੰਧਿਆ ਦੇ ਕਾਲ ਨੇ, ਵੀ ਜਿਹੜੇ 3 ਸੰਧਿਆ ਦੇ ਕਾਲ ਨੇ ਉਹਨਾਂ ਵਿੱਚ ਤ੍ਰੈਪਾਲ 3 ਪਾਲ ਪੰਕਤੀਆਂ ਵਾਲਾ ਜੋ ਗਾਇਤਰੀ ਮੰਤਰ ਹੈ ਉਹਦੀ ਵਿਚਾਰ ਕਰਦੇ ਹੋ। ਗਲ ਮਾਲਾ ਤਿਲਕ ਲਿਲਾਟੰ। ਅਤੇ ਗਲ ਦੇ ਵਿੱਚ ਮਾਲਾ ਪਾਉਂਦੇ ਹੋ ਦਿਖਾਵੇ ਲਈ, ਤਿਲਕ ਲਿਲਾਟੰ, ਅਤੇ ਆਪਣੇ ਲਿਲਾਟੰ ਮੱਥੇ ਵਿੱਚ ਕੇਸਰ ਦਾ ਅਤੇ ਚੰਦਨ ਦਾ ਤਿਲਕ ਵੀ ਲਾਉਂਦੇ ਹੋ। ਇਹ ਵੀ ਇੱਕ ਇਹਨਾਂ ਦਾ ਧਰਮ ਚਿੰਨ੍ਹ ਮੰਨਿਆ ਗਿਆ ਹੈ, ਪੰਡਤਾਂ ਦਾ, ਹਿੰਦੂ ਲੋਕਾਂ ਦਾ। ਇਸੇ ਲਈ ਹਾਜ਼ੂਰ ਕਹਿੰਦੇ ਨੇ, ਭਾਈ ਇਹ ਜਿਹੜੇ ਤੁਸੀਂ ਦਿਖਾਵੇ ਦੇ ਕਰਮ ਕਰਦੇ ਹੋ। ਦੋਏ ਧੋਤੀ ਵਸਤਰ ਕਪਾਟੰ। ਫਿਰ 2 ਧੋਤੀਆਂ ਤੁਸੀਂ ਰੱਖਦੇ ਹੋ, ਇੱਕ ਪਹਿਨਦੇ ਹੋ, ਦੂਸਰੀ ਨੂੰ ਧੋ ਕੇ ਸੁੱਕਣੀ ਪਾ ਦਿੰਦੇ ਹੋ, ਫਿਰ ਉਹਨੂੰ ਪਾ ਕੇ ਦੂਜੀ ਲਾਹ ਦਿੰਦੇ ਹੋ। ਇਸ ਢੰਗ ਦੇ ਨਾਲ 2 ਧੋਤੀਆਂ ਰੱਖਦੇ ਹੋ। ਅਤੇ ਵਸਤਰ ਕਪਾਟੰ, ਕਪਾਟੰ ਦਾ ਅਰਥ ਹੈ ਕਪਾਟ, ਭਾਵ ਆਪਣੇ ਸਿਰ ਉੱਤੇ ਵਸਤਰ ਵੀ ਰੱਖਦੇ ਹੋ। ਭਾਵ ਜਿਹੜੇ ਪੁਰਾਣੇ ਬ੍ਰਾਹਮਣ ਲੋਕ ਸਨ, ਜਦੋਂ ਪੂਜਾ ਪਾਠ ਕਰਦੇ ਸਨ ਅਤੇ ਸਿਰ ਨੂੰ ਵਸਤਰ ਦੇ ਨਾਲ ਢੱਕ ਕੇ ਰੱਖਦੇ ਸਨ। ਇਹ ਤਾਂ ਚੰਗੀ ਗੱਲ ਹੈ, ਚੰਗੀ ਮਰਜ਼ਾਦਾ ਹੈ, ਸਿਰ ਢੱਕ ਕੇ ਪੂਜਾ ਕਰਦੇ ਸਨ। ਦੂਸਰਾ ਇਹ ਵੀ ਇਹਦਾ ਅਰਥ ਮਹਾਂਪੁਰ ਕਰਦੇ ਸਨ ਵਸਤਰ ਕਪਾਟੰ। ਜਦੋਂ ਗਰਮੀ ਦੀ ਰੁੱਤ ਹੁੰਦੀ ਸੀ, ਜਦੋਂ ਇਹ ਬ੍ਰਾਹਮਣ ਲੋਕ ਧਿਆਨ ਲਾਉਂਦੇ ਸਨ, ਫਿਰ ਇੱਕ ਸੂਤੀ ਕੱਪੜਾ ਲੈ ਕੇ ਉਸ ਨੂੰ ਗਿੱਲਾ ਕਰਕੇ ਆਪਣੇ ਸਿਰ ਉੱਤੇ ਰੱਖ ਲੈਂਦੇ ਸਨ, ਵੀ ਉਹਦੇ ਨਾਲ ਦਿਮਾਗ ਠੰਡਾ ਰਹੇ, ਠੰਡਕ ਪਹੁੰਚੇ। ਵਸਤਰ ਕਪਾਟੰ, ਵੀ ਤੁਸੀਂ ਇਸ ਤਰ੍ਹਾਂ ਉਹ ਵਸਤਰ ਨੂੰ
ਆਪਣੇ ਮੱਥੇ ਤੇ ਸਿਰ ਉਤੇ ਰੱਖਦੇ ਹੋ। ਜੋ ਜਾਣਸ ਬ੍ਰਹਮੰ ਕਰਮੰ। ਲੋ ਗਰੀਬਨ ਵਾਜ ਸਤਿਗੁਰੂ ਜੀ, ਆ ਜੋ ਕਰਮ ਨੇ ਤੁਸੀਂ ਇਹਨਾਂ ਨੂੰ ਪਰਮੇਸ਼ਰ ਦੀ ਪ੍ਰਾਪਤੀ ਦੇ ਕਰਮ ਜਾਣਦੇ ਹੋ, ਪਰ ਇਹ ਪਰਮੇਸ਼ਰ ਦੀ ਪ੍ਰਾਪਤੀ ਵਾਲੇ ਕਰਮ ਨਹੀਂ ਹਨ। ਸਭ ਫੋਕਟ ਨਿਸ਼ਚੈ ਕਰਮੰ। ਗਰੀਬਨ ਵਾਜ ਸਤਿਗੁਰੂ ਜੀ ਪਖੰਡ ਦਾ ਖੰਡਨ ਕਰ ਰਹੇ ਨੇ। ਸਭ ਫੋਕਟ ਨਿਸ਼ਚੈ ਕਰਮ, ਜਿਹੜੇ ਆ ਤੁਸੀਂ ਉੱਪਰਲੇ ਕਰਮ ਦੱਸੇ ਨੇ, ਪੁਸਤਕਾਂ ਦਾ ਪੜ੍ਹਨਾ, 3 ਕਾਲ ਸੰਧਿਆ ਕਰਨੀ, ਚਰਚਾ ਕਰਨੀ, ਮੂਰਤੀਆਂ ਦੀ ਪੂਜਾ, ਬਗਲ ਸਮਾਧੀ, ਝੂਠ ਬੋਲਣਾ, ਗਲ ਵਿੱਚ ਮਾਲਾ ਪਾਉਣੀ, ਮੱਥੇ ਤੇ ਤਿਲਕ ਲਾਉਣਾ, ਜੋ ਤੁਸੀਂ ਬ੍ਰਹਮ ਦੇ ਕਰਮ ਸਮਝਦੇ ਹੋ ਨਾ, ਸਭ ਫੋਕਟ ਨਿਸ਼ਚੈ ਕਰਮ। ਨਿਸ਼ਚੈ ਕਰਕੇ ਸਾਰੇ ਫੋਕਟ ਕਰਮ ਨੇ। ਫੋਕਟ ਕਰਮ ਤੋਂ ਭਾਵ ਹੈ ਇਹ ਤੇ ਤੁਸੀਂ ਲੱਸੀ ਰਿੜਕਣ ਵਾਲੇ ਕੰਮ ਕਰਦੇ ਹੋ। ਜਿਹੜਾ ਆਦਮੀ ਦਹੀਂ ਰਿੜਕੇਗਾ ਉਹਨੂੰ ਮੱਖਣ ਪ੍ਰਾਪਤ ਹੁੰਦਾ ਹੈ, ਪਰ ਜਿਹੜਾ ਲੱਸੀ ਰਿੜਕਦਾ ਹੈ ਉਹਨੂੰ ਕਦੇ ਮੱਖਣ ਨਹੀਂ ਮਿਲਦਾ। ਤੁਸੀਂ ਜਿਹੜੇ ਦਿਖਾਵੇ ਦੇ ਕਰਮ ਕਰਦੇ ਹੋ ਸਾਰੇ ਫੋਕਟ ਕਰਮ ਹਨ। ਇਹਨਾਂ ਦੁਆਰਾ ਤੁਹਾਨੂੰ ਮੁਕਤੀ ਦਾ ਮੱਖਣ ਨਹੀਂ ਪ੍ਰਾਪਤ ਹੋ ਸਕਦਾ। ਕਹੋ ਨਾਨਕ ਨਿਸ਼ਚੋ ਧਿਆਵੈ। ਗਰੀਬਨ ਵਾਜ ਸਤਿਗੁਰੂ ਜੀ ਫਰਮਾਉਂਦੇ ਨੇ, ਭਾਈ ਜਿਹੜਾ ਨਿਸ਼ਚੇ ਦੁਆਰਾ ਉਸ ਵਾਹਿਗੁਰੂ ਪਰਮੇਸ਼ਰ ਨੂੰ ਧਿਆਉਂਦਾ ਹੈ, ਅਸਲੀ ਮੁਕਤੀ ਤਾਂ ਉਹਨੂੰ ਹੀ ਪ੍ਰਾਪਤ ਹੁੰਦੀ ਹੈ। ਬਿਨ ਸਤਿਗੁਰ ਬਾਟ ਨਾ ਪਾਵੈ। ਇਹ ਵੀ ਗੱਲ ਯਾਦ ਰੱਖਿਓ, ਬਿਨਾਂ ਸਤਿਗੁਰੂ ਦੀ ਕਿਰਪਾ ਤੋਂ ਅਸਲੀ ਜਿਹੜਾ ਵਾਹਿਗੁਰੂ ਪਰਮੇਸ਼ਰ ਦੀ ਪ੍ਰਾਪਤੀ ਦਾ ਰਸਤਾ ਹੈ, ਭਾਵ ਭਗਤੀ ਦਾ, ਨਾਨਕ ਨਿਰਮਲ ਪੰਥ ਚਲਾਇਆ, ਉਹ ਵੀ ਪ੍ਰਾਪਤ ਨਹੀਂ ਹੋ ਸਕਦਾ। ਕਿਉਂ? ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਸਾਨੂੰ ਮਾਰਿਆ ਸਿੱਕਾ ਜਗਤ ਵਿੱਚ, ਨਾਨਕ ਨਿਰਮਲ ਪੰਥ ਚਲਾਇਆ। ਇਹ ਸਿੱਖੀ ਦਾ ਨਿਰਮਲ ਪੰਥ, ਨਿਰਾਲਾ ਪੰਥ ਸਾਨੂੰ ਬਖਸ਼ਿਸ਼ ਕੀਤਾ ਹੈ, ਜਿਸ 'ਤੇ ਚੱਲ ਕੇ ਅਸੀਂ ਵਾਹਿਗੁਰੂ ਪਰਮੇਸ਼ਰ ਦੇ ਘਰ ਤੱਕ ਪਹੁੰਚ ਸਕਦੇ ਹਾਂ। ਬਿਨਾਂ ਸਤਿਗੁਰੂ ਦੀ ਕਿਰਪਾ ਤੋਂ ਵਾਹਿਗੁਰੂ ਦੀ ਪ੍ਰਾਪਤੀ ਦਾ ਰਸਤਾ, ਭਾਵ ਭਗਤੀ ਦਾ ਮਾਰਗ ਨਹੀਂ ਪ੍ਰਾਪਤ ਹੋ ਸਕਦਾ। ਨਿਹਫਲੰ ਤਸ ਜਨਮਸ ਜਾਵਦ ਬ੍ਰਹਮ ਨਾ ਬਿੰਦ ਤੇ। ਲੋ ਗਰੀਬਨ ਵਾਜ ਸਤਿਗੁਰੂ ਜੀ ਫਰਮਾਉਂਦੇ ਨੇ, ਤੁਹਾਡੇ ਹੀ ਗ੍ਰੰਥਾਂ ਵਿੱਚ ਲਿਖਿਆ ਹੋਇਆ ਹੈ, ਜਨਮ ਜਾਏ ਤੇ ਸ਼ੂਦਰਾ ਸੰਸਕਾਰੇ ਦਜੋਤਮਾ, ਵੇਦ ਪਾਠੀ ਬਪੇਦ ਵਿਪਰਾ ਬ੍ਰਹਮ ਜਣੰਤੀ ਤੀ ਬ੍ਰਾਹਮਣ। ਜਨਮ ਤੋਂ ਸਾਰੇ ਸ਼ੂਦਰ ਅਪਵਿੱਤਰ ਹੁੰਦੇ ਨੇ, ਅਤੇ ਜਦੋਂ ਧਾਰਮਿਕ ਸੰਸਕਾਰ ਹੁੰਦਾ ਹੈ ਫਿਰ ਉਹਨੂੰ ਵਿਪਰ ਸੰਗਿਆ ਪ੍ਰਾਪਤ ਹੁੰਦੀ ਹੈ। ਜਨਮ ਜਾਏ ਤੇ ਸ਼ੂਦਰਾ ਸੰਸਕਾਰੇ ਦਜੋਤਮਾ, ਧਾਰਮਿਕ ਸੰਸਕਾਰ ਹੋਣ ਦੇ ਨਾਲ ਦਵਿਜ ਦੂਜਾ ਜਨਮ ਹੁੰਦਾ। ਵੇਦ ਪਾਠੀ, ਜਦੋਂ ਆਦਮੀ ਵੇਦਾਂ ਨੂੰ ਪੜ੍ਹ ਕੇ ਵੇਦ ਪਾਠੀ ਬਣ ਜਾਂਦਾ, ਫਿਰ ਉਹਦੀ ਵਿਪਰ ਸੰਗਿਆ ਹੁੰਦੀ ਹੈ। ਜਦੋਂ ਵੇਦਾਂ ਨੂੰ ਪੜ੍ਹ ਕੇ ਬ੍ਰਹਮ ਨੂੰ ਜਾਣ ਲਵੇ, ਬ੍ਰਹਮ ਜਣੰਤੀ ਤੀ ਬ੍ਰਾਹਮਣਾ, ਫਿਰ ਉਹ ਬ੍ਰਾਹਮਣ ਬਣਦਾ। ਅਤੇ ਹੁਣ ਤੁਸੀਂ ਕੇਵਲ ਵੇਦਾਂ ਨੂੰ ਪੜ੍ਹ ਕੇ ਪਖੰਡ ਕਰਕੇ ਤੁਸੀਂ ਕਹਿੰਦੇ ਅਸੀਂ ਬ੍ਰਹਮ ਗਿਆਨੀ ਬਣ ਗਏ, ਇਉਂ ਬ੍ਰਹਮ ਗਿਆਨੀ ਨਹੀਂ ਬਣਿਆ ਜਾਣਾ। ਨਿਫਲੰ ਤਸ ਜਨ ਮਸ ਜਾਵਤ ਬ੍ਰਹਮ ਨਾ ਬਿੰਦਤੇ, ਜਾਵਤ ਜਿੰਨਾ ਚਿਰ ਤੱਕ ਤੁਸੀਂ ਉਸ ਬ੍ਰਹਮ ਵਿਆਪਕ ਸਰੂਪ ਸਰਬ ਸ਼ਕਤੀਮਾਨ ਅਕਾਲ ਪੁਰਖ ਵਾਹਿਗੁਰੂ ਨੂੰ ਜਾਣ ਨਹੀਂ ਲੈਂਦੇ, ਨਿਫਲੰ ਤਸ ਜਨ ਮਸ, ਉਹਨਾਂ ਚਿਰ ਤੱਕ ਉਸ ਪੁਰਸ਼ ਦਾ ਜਨਮ ਨਿਸਫਲ ਹੁੰਦਾ ਹੈ। ਭਾਵ ਇਸ ਮਨੁੱਖਾ ਜਨਮ ਦੇ ਵਿੱਚ ਵਾਹਿਗੁਰੂ ਦੀ ਪ੍ਰਾਪਤੀ ਕਰਨੀ ਚਾਹੀਦੀ ਹੈ। ਮਿਲਿਆ ਇਸ ਵਾਸਤੇ ਹੈ, ਭਈ ਪ੍ਰਾਪਤ ਮਾਨੁਖ ਦੇਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਜੇ ਇਸ ਮਨੁੱਖਾ ਦੇਹ ਦੇ ਵਿੱਚ ਅਸੀਂ ਵਾਹਿਗੁਰੂ ਦੀ ਪ੍ਰਾਪਤੀ ਨਹੀਂ ਕਰਾਂਗੇ, ਫਿਰ ਹੋਰ ਕਿਸੇ ਜੂਨ ਦੇ ਵਿੱਚ ਪ੍ਰਾਪਤੀ ਹੋ ਹੀ ਨਹੀਂ ਸਕਦੀ। ਇਸੇ ਲਈ ਗੁਰੂ ਮਹਾਰਾਜ ਨੇ ਇਸ ਮਨੁੱਖਾ ਜਨਮ ਨੂੰ ਸਰਬੋਤਮ ਦਰਜਾ ਦਿੱਤਾ। ਅਵਰ ਜੋਨ ਤੇਰੀ ਪਨਿਹਾਰੀ, ਇਸ ਧਰਤੀ ਮੈਂ ਤੇਰੀ ਸਕਦਾਰੀ। 84 ਲੱਖ ਜੋਨ ਵਿੱਚ ਉੱਤਮ ਜਨਮ ਸੋ ਮਾਨਸ ਦੇਹੀ। ਇਹ ਮਨੁੱਖਾ ਜਨਮ ਸਭ ਤੋਂ ਉੱਤਮ ਹੈ। ਜੇ ਅਸੀਂ ਇਹਦੇ ਵਿੱਚ ਵਾਹਿਗੁਰੂ ਨੂੰ ਜਾਣ ਨਹੀਂ ਲੈਂਦੇ, ਬ੍ਰਹਮ ਗਿਆਨ ਦੀ ਅਵਸਥਾ ਨੂੰ ਪ੍ਰਾਪਤ ਨਹੀਂ ਕਰਦੇ, ਸਾਡਾ ਮਨੁੱਖਾ ਜਨਮ ਧਾਰਨ ਕੀਤਾ ਹੋਇਆ ਨਿਸਫਲ ਚਲਿਆ ਜਾਂਦਾ ਹੈ। ਸਾਗਰੰ ਸੰਸਾਰਸ ਗੁਰ ਪ੍ਰਸਾਦੀ ਤਰਹਿ ਕੇ। ਇਹ ਸੰਸਾਰ ਸਮੁੰਦਰ ਹੈ, ਤਿਤ ਸਰ ਵਰੜੈ ਪਹਿਲੇ ਨਿਵਾਸਾ, ਪਾਣੀ ਪਾਵਕ ਤਿਨਹਿ ਕੀਆ। ਪੰਕ ਜੋ ਮੋਹ ਪਗ ਨਹੀਂ ਚਾਲੈ, ਹਮ ਦੇਖਾ ਤੈ ਡੂਬੀ ਗਲੇ। ਮਨ ਏਕ ਨਾ ਚੇਤਸ ਮੂੜ ਮਨਾ, ਹਰ ਬਿਸਰਤ ਤੇਰੇ ਗੁਣ ਗਲਿਆ।
ਸੰਸਾਰ ਅੱਗ ਦਾ ਸਮੁੰਦਰ ਹੈ। ਗੁਰਪ੍ਰਸਾਦੀ ਤਰ੍ਹਾਂ ਹੈ ਕਿ ਗੁਰੂ ਦੀ ਕਿਰਪਾ ਦੇ ਨਾਲ ਕੀ ਦਾ ਅਰਥ ਹੈ ਕੋਈ ਵਿਰਲੇ ਇਸ ਨੂੰ ਤਰਦੇ ਨੇ। ਭਾਵ ਸੰਸਾਰ ਸਮੁੰਦਰ ਆਪਣੇ ਆਪ ਨਹੀਂ ਤਰਿਆ ਜਾ ਸਕਦਾ। ਗੁਰੂ ਦੀ ਕਿਰਪਾ ਦੁਆਰਾ ਨਾਮ ਦੇ ਜਹਾਜ਼ ਤੇ ਚੜ੍ਹ ਕੇ ਇਸ ਨੂੰ ਪਾਰ ਕੀਤਾ ਜਾ ਸਕਦਾ ਹੈ। ਕਰਨ ਕਾਰਨ ਸਮਰੱਥ ਹੈ, ਕਹੋ ਨਾਨਕ ਵਿਚਾਰ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹੋ ਨਾਨਕ ਵਿਚਾਰ। ਇਹ ਬੜੀ ਸੁੰਦਰ ਵਿਚਾਰ ਉਚਾਰਨ ਕਰ ਰਹੇ ਨੇ। ਕਰਨ ਕਾਰਨ ਸਮਰੱਥ ਹੈ, ਗੁਰਮੁਖੋ ਉਹ ਵਾਹਿਗੁਰੂ ਕਰਨ ਕਾਰਨ ਸਮਰੱਥ ਹੈ। ਸਾਰੇ ਕਾਰਨਾਂ ਨੂੰ ਕਰਨ ਵਾਸਤੇ ਸਰਬ ਸ਼ਕਤੀਮਾਨ ਹੈ। ਦੋ ਪ੍ਰਕਾਰ ਦਾ ਕਾਰਨ ਹੁੰਦਾ ਹੈ, ਇੱਕ ਉਪਾਦਾਨ ਕਾਰਨ ਅਤੇ ਦੂਸਰਾ ਨਿਮਿਤ ਕਾਰਨ। ਉਪਾਦਾਨ ਕਾਰਨ ਦੇ ਲਕਸ਼ਣ ਇਹ ਦੱਸੇ ਨੇ, ਅਧਿਸ਼ਟਾਨੇ ਸਮਸਤਾ ਅੰਥਾ ਭਾਵਾ ਵਿਵਰਤਾ। ਅਧਿਸ਼ਟਾਨੇ ਬਿਕਮ ਸਤਾ ਅਰਥਾ ਭਾਵਾ ਪਰਿਣਾਮਾ। ਜੋ ਆਪਣੇ ਅਧਿਸ਼ਟਾਨ ਦੇ ਨਾਲ ਸਮਸੱਤਾ ਵਾਲਾ ਹੋਵੇ ਉਹਨੂੰ ਵਿਵਰਤ ਕਹਿੰਦੇ ਨੇ, ਅਤੇ ਜਿਹੜਾ ਬਿਕਮ ਸੱਤਾ ਨੂੰ ਧਾਰਨ ਕਰ ਲਵੇ ਉਹਨੂੰ ਪ੍ਰਣਾਮ ਕਹਿੰਦੇ ਨੇ। ਸੋ ਰਹੋ ਵਿਚਾਰ। ਹੁਣ ਜਿਵੇਂ ਕੋਈ ਘੁਮਿਆਰ ਮਿੱਟੀ ਤੋਂ ਘੜਾ ਬਣਾਉਂਦਾ, ਮਿੱਟੀ ਉਪਾਦਾਨ ਕਾਰਨ ਹੈ ਅਤੇ ਘੁਮਿਆਰ ਨਿਮਿਤ ਕਾਰਨ ਹੈ। ਸੁਨਿਆਰ ਸੋਨੇ ਦੇ ਗਹਿਣੇ ਕੱਢਦਾ। ਹੁਣ ਸੋਨਾ ਗਹਿਣਿਆਂ ਵਿੱਚ ਵੀ ਸੋਨਾ ਰਹਿੰਦਾ, ਉਪਾਦਾਨ ਕਾਰਨ ਹੈ, ਅਤੇ ਸੁਨਿਆਰ ਨਿਮਿਤ ਕਾਰਨ ਹੈ ਜਿਹੜਾ ਗਹਿਣੇ ਕੱਢਦਾ। ਅਤੇ ਕਾਰਨ ਜਿਹੜਾ ਸ਼ਬਦ ਹੈ ਇਹ ਹੈਗੇ ਜਿਹੜੇ ਉਪਕਰਨ ਜਿਨ੍ਹਾਂ ਨੂੰ ਕਿਹਾ ਜਾਂਦਾ। ਹੁਣ ਭਾਵੇਂ ਮਿੱਟੀ ਵੀ ਹੋਵੇ ਅਤੇ ਘੁਮਿਆਰ ਵੀ ਹੋਵੇ, ਉਹਦੇ ਕੋਲ ਸੰਦ ਨਾ ਹੋਣ, ਜ਼ਰੀਏ ਨਾ ਹੋਣ, ਵਸੀਲੇ ਨਾ ਹੋਣ, ਅਤੇ ਫਿਰ ਵੀ ਉਹ ਘੜਾ ਨਹੀਂ ਬਣਾ ਸਕਦਾ, ਭਾਂਡੇ ਨਹੀਂ ਤਿਆਰ ਕਰ ਸਕਦਾ। ਸੋਨਾ ਵੀ ਹੋਵੇ, ਸੁਨਿਆਰ ਵੀ ਹੋਵੇ, ਪਰ ਜੇ ਉਹਦੇ ਕੋਲ ਸੰਦ ਨਾ ਹੋਣ, ਔਜ਼ਾਰ ਨਾ ਹੋਣ, ਉਹ ਗਹਿਣੇ ਨਹੀਂ ਕੱਢ ਸਕਦਾ। ਉਹ ਜਿਹੜੇ ਵਿਚਲੇ ਸਾਧਨ ਨੇ ਨਾ ਉਹਨਾਂ ਨੂੰ ਕਾਰਨ ਕਹਿੰਦੇ ਨੇ। ਹੁਣ ਸ੍ਰਿਸ਼ਟੀ ਰਚਨਾ ਦਾ ਕਾਰਨ ਪੰਜ ਤੱਤ ਮੰਨੇ ਨੇ, ਅਤੇ ਕਈਆਂ ਨੇ ਬ੍ਰਹਮਾ ਨੂੰ ਸ੍ਰਿਸ਼ਟੀ ਦਾ ਕਰਤਾ ਮੰਨਿਆ। ਚਲੋ ਮੰਨ ਲਓ ਬ੍ਰਹਮਾ ਵੀ ਹੈ ਅਤੇ ਪੰਜ ਤੱਤ ਵੀ ਨੇ, ਪਰ ਜੇ ਹੁਣ ਵਾਹਿਗੁਰੂ ਦੀ ਇੱਛਾ ਨਾ ਹੋਵੇ ਸੰਸਾਰ ਬਣ ਨਹੀਂ ਸਕਦਾ। ਉਹ ਵਾਹਿਗੁਰੂ ਸਾਰੇ ਕਾਰਨਾਂ ਨੂੰ ਅਤੇ ਅਸਾਧਾਰਨ ਕਾਰਨਾਂ ਨੂੰ ਪੈਦਾ ਕਰਨ ਲਈ ਸਰਬ ਸ਼ਕਤੀਮਾਨ ਹੈ। ਸਾਨੂੰ ਉਸ ਵਾਹਿਗੁਰੂ ਪਰਮੇਸ਼ਰ 'ਤੇ ਟੇਕ ਰੱਖਣੀ ਚਾਹੀਦੀ ਹੈ। ਕਾਰਨ ਕਰਤੇ ਵਸ ਹੈ, ਜਿਨ ਕਲ ਰੱਖੀ ਧਾਰ। ਇਹ ਸਾਰੇ ਕਾਰਨ ਉਸ ਕਰਤਾ ਪੁਰਖ ਵਾਹਿਗੁਰੂ ਦੇ ਵਸ ਨੇ। ਕਾਰਨ ਪ੍ਰਭ ਏਕ ਹੈ, ਦੂਸਰ ਨਾਹੀ ਕੋਈ। ਪੰਜ ਤੱਤ ਵੀ, ਬ੍ਰਹਮਾ ਵੀ, ਪਰਮਾਣੂ ਵੀ, ਮਾਇਆ ਵੀ, ਕੁਦਰਤ ਵੀ, ਪ੍ਰਕਿਰਤੀ ਵੀ, ਇਹ ਸਾਰੇ ਕਾਰਨ ਕਰਤਾ ਪੁਰਖ ਵਾਹਿਗੁਰੂ ਦੇ ਵਸ ਹਨ। ਜਿਨ ਕਲ ਰੱਖੀ ਧਾਰ, ਅਤੇ ਜਿਸ ਵਾਹਿਗੁਰੂ ਪਰਮੇਸ਼ਰ ਨੇ ਆਪਣੀ ਕਲਾ ਕੁਦਰਤ ਦੀ ਸ਼ਕਤੀ ਨੂੰ ਸਾਰਿਆਂ ਵਿੱਚ ਧਾਰਨ ਕਰਕੇ ਟਿਕਾ ਕੇ ਰੱਖਿਆ ਹੋਇਆ ਹੈ। ਜੋਗ ਸ਼ਬਦੰ ਗਿਆਨ ਸ਼ਬਦੰ ਵੇਦ ਸ਼ਬਦੰ ਤਾ ਬ੍ਰਾਹਮਣ ਹੈ। ਯੋਗ ਸ਼ਬਦੰ, ਯੋਗ ਦਾ ਧਰਮ ਕੀ ਹੈ? ਯੋਗੀ ਦਾ ਧਰਮ ਹੈ ਗਿਆਨ ਸ਼ਬਦੰ, ਗਿਆਨ ਦਾ ਉਪਦੇਸ਼ ਦੇਣਾ। ਇਹ ਯੋਗੀ ਦਾ ਧਰਮ ਹੈ। ਯੋਗ ਤੋਂ ਭਾਵ ਜਿਹੜਾ ਜੁੜਿਆ ਹੋਵੇ। ਯੋਗ ਦਾ ਮੁੱਖ ਸੂਤਰ ਹੈ ਯੋਗਾਸ ਚਿੱਤ ਬਿਰਤੀ ਨਿਰੋਧਾ। ਚਿੱਤ ਬਿਰਤੀ ਨੂੰ ਇਕਾਗਰ ਕਰਨਾ ਯੋਗ ਦਾ ਸੂਤਰ ਹੈ। ਯੋਗ ਦਾ ਧਰਮ ਕੀ ਹੈ? ਪਹਿਲੇ ਸ਼ਬਦ ਦਾ ਅਰਥ ਧਰਮ ਕੀਤਾ। ਯੋਗੀ ਦਾ ਧਰਮ ਕੀ ਹੈ? ਗਿਆਨ ਦਾ ਉਪਦੇਸ਼ ਦੇਣਾ। ਵੇਦ ਸ਼ਬਦੰ ਤਰ੍ਹਾਂ ਬ੍ਰਾਹਮਣ ਹੈ। ਬ੍ਰਾਹਮਣ ਦਾ ਧਰਮ ਕੀ ਹੈ? ਵੇਦਾਂ ਨੂੰ ਪੜ੍ਹਨਾ ਅਤੇ ਦੂਜਿਆਂ ਨੂੰ ਵੇਦਾਂ ਨੂੰ ਪੜ੍ਹਾਉਣਾ। ਖੇਤਰੀ ਸ਼ਬਦੰ ਸੂਰ ਸ਼ਬਦੰ ਸੂਦਰ ਸ਼ਬਦੰ ਪਰਾਕ੍ਰਿਤ ਹੈ। ਅਤੇ ਖੱਤਰੀ ਦਾ ਅਖਰੀ ਅਰਥ ਹੈ ਸ਼ਸਤਰਧਾਰੀ। ਖੱਤਰੀ ਜਾਤ ਨਹੀਂ ਹੈ, ਸ਼ਸਤਰਧਾਰੀ ਨੂੰ ਖੱਤਰੀ ਕਿਹਾ ਜਾਂਦਾ। ਖੱਤਰੀ ਸ਼ਬਦੰ, ਖੱਤਰੀ ਦਾ ਛਤਰੀ ਦਾ ਧਰਮ ਕੀ ਹੈ? ਸੂਰ ਵੀਰਤਾ ਦਾ ਉਪਦੇਸ਼ ਆਪ ਧਾਰਨ ਕਰਨਾ ਅਤੇ ਦੂਜਿਆਂ ਨੂੰ ਉਪਦੇਸ਼ ਦ੍ਰਿੜ ਕਰਾਉਣਾ। ਇਹ ਛਤਰੀ ਦਾ ਧਰਮ ਹੈ। ਅਤੇ ਵੈਸ਼ ਦਾ ਧਰਮ ਕੀ ਹੈ? ਕਿਰਤ ਕਰਨੀ। ਇਹ ਵੈਸ਼ ਦਾ ਅਧਿਆਹਾਰ ਕਰਨਾ। ਅਤੇ ਸ਼ੂਦਰ ਦਾ ਧਰਮ ਕੀ ਹੈ? ਪਰਾਕ੍ਰਿਤ ਹੈ। ਪਰਾਈ ਕਿਰਤ ਸਿਵਾ ਟਹਿਲ ਕਰਨੀ। ਜਿਵੇਂ ਜਿਹੜੇ ਸ਼ੂਦਰ ਨੇ ਉਹ ਦੂਜਿਆਂ ਦੇ ਕਾਮੇ ਬਣ ਕੇ
ਕੰਮ ਕਰਦੇ ਸਨ ਅਤੇ ਹੁਣ ਵੀ ਕਰਦੇ ਨੇ। ਪਰ ਮੈਂ ਬੇਨਤੀ ਕਰਾਂ ਵੀ ਸਿੱਖ ਧਰਮ ਦੇ ਵਿੱਚ ਜਨਮ ਤੋਂ ਜਾਤ ਨੂੰ ਨਹੀਂ ਮੰਨਿਆ ਗਿਆ। ਕਰਮ ਦੇ ਨਾਲ ਜਾਤ ਦਾ ਸੰਬੰਧ ਹੈ। ਸਾ ਜਾਤ ਸਾ ਪਤ ਹੈ ਜਿਹੇ ਕਰਮ ਕਮਾਏ। ਕਰਮਾਂ ਦੇ ਨਾਲ ਜਾਤ ਵਰਨ ਬਰਾਦਰੀ ਸਾਡੀ ਬਣਦੀ ਹੈ ਅਤੇ ਜਨਮ ਦੇ ਨਾਲ ਕੋਈ ਫਰਕ ਨਹੀਂ ਪੈਂਦਾ। ਪਹਿਲਾਂ ਵੀ ਤੁਸੀਂ ਸ਼ਲੋਕ ਸੁਣਿਆ ਨਾ, ਜਨਮ ਜਾਏ ਤੇ ਸ਼ੂਦਰ। ਜਨਮ ਤੋਂ ਸਾਰੇ ਸ਼ੂਦਰ ਨੇ, ਅਪਵਿੱਤਰ ਨੇ। ਧਾਰਮਿਕ ਸੰਸਕਾਰ ਦੇ ਨਾਲ ਹੀ ਦੂਜਾ ਜਨਮ ਹੁੰਦਾ। ਜਦੋਂ ਅਸੀਂ ਧਰਮੀ ਬਣ ਜਾਂਦੇ ਹਾਂ ਅਤੇ ਫਿਰ ਸਾਡੀ ਉਹ ਜਿਹੜੀ ਪਹਿਲੀ ਜਿਹੜੀ ਸ਼ੂਦਰ ਪੁਣੇ ਦੀ ਪੈਠ ਦੂਰ ਹੁੰਦੀ ਹੈ। ਅੰਮ੍ਰਿਤ ਛਕ ਕੇ ਆਪਾਂ ਕਲਗੀਧਰ ਪਾਤਸ਼ਾਹ ਦੇ ਪੁੱਤਰ ਬਣ ਜਾਂਦੇ। ਫਿਰ ਬਾਣੀ ਪੜ੍ਹਦੇ ਹਾਂ। ਜਦੋਂ ਬਾਣੀ ਪੜ੍ਹ ਕੇ ਬ੍ਰਹਮ ਗਿਆਨ ਦੀ ਅਵਸਥਾ ਪ੍ਰਾਪਤ ਹੋ ਜਾਵੇ ਫਿਰ ਬ੍ਰਾਹਮਣ ਬਣਿਆ ਜਾਂਦਾ। ਇਸੇ ਲਈ ਹਜ਼ੂਰ ਕਹਿੰਦੇ ਨੇ ਵੈਸ਼ ਕਿਰਤ ਕਰਦਾ ਹੈ ਅਤੇ ਜਿਹੜਾ ਸ਼ੂਦਰ ਹੈ, ਸ਼ੂਦਰ ਦਾ ਧਰਮ ਕੀ ਆ? ਪਰਾਈ ਕਿਰਤ ਕਰਨੀ, ਕੋਈ ਹੋਰ ਪਰਾਏ ਦੀ ਸੇਵਾ ਟਹਿਲ ਕਰਨੀ ਸ਼ੂਦਰ ਦਾ ਧਰਮ ਹੈ। ਸਰਬ ਸ਼ਬਦੰ ਤਾ ਏਕ ਸ਼ਬਦੰ ਜੇ ਕੋ ਜਾਣਸ ਭਿਓ। ਸਰਵ ਸ਼ਬਦੰ ਸਾਰਿਆਂ ਦਾ ਸਾਂਝਾ ਧਰਮ ਕੀ ਹੈ? ਇਹ ਹੁਣ ਸਿੱਖ ਧਰਮ ਦੀ ਗੱਲ ਹੈ। ਖੱਤਰੀ ਬ੍ਰਾਹਮਣ ਸੂਦ ਵੈਸ਼ ਉਪਦੇਸ਼ ਚਹੁ ਵਰਨਾ ਕੋ ਸਾਂਝਾ। ਕੋਈ ਬੋਲੇ ਰਾਮ ਰਾਮ, ਕੋਈ ਖੁਦਾਈ, ਕੋਈ ਸੇਵਾ ਗੋਸਈਆਂ, ਕੋਈ ਅਲਾਹੇ। ਏਕ ਸ਼ਬਦੰ, ਇੱਕ ਵਾਹਿਗੁਰੂ ਦਾ ਨਾਮ ਜਪਣਾ। ਨਾਮ ਜਪਣ ਦਾ ਅਧਿਕਾਰ ਹਰ ਕਿਸੇ ਨੂੰ ਇੱਕ ਬਰਾਬਰ ਹੈ। ਚਾਹੇ ਕੋਈ ਬ੍ਰਾਹਮਣ ਹੈ, ਚਾਹੇ ਕੋਈ ਖੱਤਰੀ ਹੈ, ਚਾਹੇ ਵੈਸ਼ ਹੈ, ਚਾਹੇ ਸ਼ੂਦਰ ਹੈ। ਸਰਬ ਧਰਮੰ ਤਾਂ ਏਕ ਸ਼ਬਦੰ, ਸਾਰਿਆਂ ਦਾ ਸਾਂਝਾ ਧਰਮ, ਸਰਵੋਤਮ ਧਰਮ ਕੀ ਹੈ? ਏਕ ਸ਼ਬਦੰ, ਇੱਕ ਵਾਹਿਗੁਰੂ ਦਾ ਨਾਮ ਜਪਣਾ ਅਤੇ ਸਤਿਗੁਰੂ ਦੀ ਬਾਣੀ ਪੜ੍ਹਨੀ। ਜੇ ਕੋ ਜਾਣਸ ਭਿਓ, ਅਤੇ ਜਿਹੜਾ ਭਾਈ ਇਸ ਭੇਦ ਨੂੰ ਜਾਣ ਲੈਂਦਾ ਹੈ, ਜੋ ਪ੍ਰਾਣੀ ਗੋਬਿੰਦ ਤੇ ਆਵੈ, ਪੜ੍ਹਿਆ ਅਨਪੜ੍ਹਿਆ ਪਰਮਗਤ ਪਾਵੈ, ਨਾਮ ਦੀ ਮਹਿਮਾ ਤੋਂ ਵਾਕਫ ਹੋ ਜਾਂਦਾ ਹੈ ਅਤੇ ਫਿਰ ਉਹਦਾ ਜਨਮ ਸਫਲ ਹੋ ਜਾਂਦਾ ਹੈ। ਨਾਨਕ ਤਾਕੋ ਦਾਸ ਹੈ ਸੋਈ ਨਿਰੰਜਨ ਦਿਓ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਮੈਂ ਵੀ ਉਸ ਦਾ ਦਾਸ ਸੇਵਕ ਹਾਂ, ਮੈਂ ਵੀ ਉਸ ਦਾ ਸੇਵਾਦਾਰ ਬਣਨ ਲਈ ਤਿਆਰ ਹਾਂ। ਸੋਈ ਨਿਰੰਜਨ ਦਿਓ। ਉਹ ਮਨੁੱਖ ਨਿਰੰਜਨ ਸ਼ੁੱਧ ਸਰੂਪ ਦਿਓ, ਪ੍ਰਕਾਸ਼ ਰੂਪ ਪਰਮਾਤਮਾ ਦਾ ਸਰੂਪ ਹੈ। ਹੁਣ ਇੱਥੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਨਾਨਕ ਤਾਕੋ ਦਾਸਾ ਸੋਈ ਨਿਰੰਜਨ ਦਿਓ। ਉਧਰ ਕਲਗੀਧਰ ਪਾਤਸ਼ਾਹ ਵੀ ਕਹਿੰਦੇ ਨੇ ਰਹਿਣੀ ਰਹੇ ਸੋਈ ਸਿੱਖ ਮੀਰਾ, ਉਹ ਸਾਹਿਬ ਮੈਂ ਉਸਕਾ ਚੇਰਾ। ਚੇਰਾ ਅਤੇ ਦਾਸ ਦੇ ਅਰਥ ਇੱਕੋ ਹੀ ਨੇ। ਜਿਹੜਾ ਗੁਰਮਤਿ ਦੀ ਰਹਿਣੀ ਨੂੰ ਰੱਖਦਾ ਹੈ, ਕਲਗੀਧਰ ਪਾਤਸ਼ਾਹ ਕਹਿੰਦੇ ਉਹ ਮੇਰਾ ਸਾਹਿਬ ਮਾਲਕ ਹੈ, ਮੈਂ ਉਹਦਾ ਚੇਰਾ ਦਾਸ ਹਾਂ, ਸੇਵਾਦਾਰ ਬਣਨ ਲਈ ਤਿਆਰ ਹਾਂ। ਇਹ ਵਡਿਆਈ ਹੈ। ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੂੰ ਕਰੋ ਨਿਵਾਸ। ਹਾਜੂਰ ਕਹਿੰਦੇ ਨੇ ਆਤਮ ਰਸ ਜੇ ਜਾਨਹੀ ਸੋ ਹੈ ਖਾਲਸਾ ਦੇ, ਪ੍ਰਭ ਮੈਂ ਮੋਹ ਮੈਂ ਤਾਸ ਮੈਂ ਰੰਚਕ ਨਾਹੀ ਪੇ। ਇੱਥੇ ਗੁਰੂ ਨਾਨਕ ਸਾਹਿਬ ਵੀ ਉਹੀ ਬਚਨ ਕਹਿੰਦੇ ਨੇ ਵੀ ਮੈਂ ਉਸ ਦਾ ਦਾਸ ਹਾਂ ਅਤੇ ਉਹ ਪਰਮੇਸ਼ਰ ਦਾ ਸਰੂਪ ਹੈ। ਏਕ ਕ੍ਰਿਸ਼ਨੰ ਤਾ ਸਰਬ ਦੇਵਾ, ਦੇਵ ਦੇਵਾ ਤਾ ਆਤਮ ਹੈ। ਲਓ ਗਰੀਬਨ ਵਾਜ ਸਤਿਗੁਰੂ ਜੀ ਕਹਿੰਦੇ ਨੇ ਇਹ ਕ੍ਰਿਸ਼ਨੰ, ਵੀ ਉਹ ਵਾਹਿਗੁਰੂ ਇੱਕ ਅਦਵੈਤ ਸਰੂਪ ਹੈ ਅਤੇ ਕ੍ਰਿਸ਼ਨੰ ਜਿਸ ਦੇ ਵਿੱਚ ਮੜੱਪਣ ਪੁਣਾ ਨਹੀਂ ਹੈ, ਉਹ ਐਸਾ ਵਾਹਿਗੁਰੂ ਪਰਮੇਸ਼ਰ ਹੈ। ਇਹ ਕ੍ਰਿਸ਼ਨ ਤਾਂ ਸਰਬ ਦੇਵਾ, ਉਹ ਵਾਹਿਗੁਰੂ ਸਾਰਿਆਂ ਦਾ ਹੀ ਦੇਵਾ ਪ੍ਰਕਾਸ਼ ਰੂਪ ਹੈ। ਸਰਬ ਜੋਤ ਤੇਰੀ ਪਸਰ ਰਹੀ, ਜਹ ਜਹ ਦੇਖਾਂ ਤੈ ਨਰ ਹਰੀ। ਉਹ ਵਾਹਿਗੁਰੂ ਆਪ ਜੋਤ ਰੂਪ ਹੈ। ਸਭ ਮੈਂ ਜੋਤ ਜੋਤ ਹੈ ਸੋਈ, ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ। ਦੇਵ ਦੇਵਾ ਤਾਂ ਆਤਮ ਹੈ। ਉਹ ਵਾਹਿਗੁਰੂ ਦੇਵਤਿਆਂ ਦਾ ਵੀ, ਦੇਵਾ ਦਾ ਅਰਥ ਪ੍ਰਕਾਸ਼ ਰੂਪ ਹੈ। ਸਾਰਿਆਂ ਦਾ ਵੀ ਉਹ ਪ੍ਰਕਾਸ਼ ਰੂਪ ਹੈ, ਸਾਰੇ ਦੇਵਤਿਆਂ ਦਾ ਵੀ ਉਹ ਪ੍ਰਕਾਸ਼ ਰੂਪ ਹੈ। ਅਥਵਾ ਦੇਵਤਿਆਂ ਦਾ ਵੀ ਦੇਵਾ ਪੂਜਨੀਕ ਹੈ ਤਾਂ ਆਤਮਾ ਹੈ। ਅਤੇ ਉਹ ਵਾਹਿਗੁਰੂ ਸਭ ਦੀ ਆਤਮਾ ਰੂਪ ਹੋ ਕੇ, ਕਹੋ ਕਬੀਰੇ ਰਾਮ ਕੀ ਅੰਸ਼, ਆਤਮਾ ਪਰਮਾਤਮਾ ਦੀ ਅੰਸ਼ ਹੈ ਨਾ। ਉਹ ਵਾਹਿਗੁਰੂ ਆਤਮਾ ਸਰੂਪ ਹੋ ਕੇ ਸਾਰਿਆਂ ਦੇ ਵਿੱਚ ਬਿਰਾਜਮਾਨ ਹੋ ਰਿਹਾ ਹੈ। ਆਤਮੰ ਸ੍ਰੀ ਵਾਸੁਦੇਵਸ ਜੇ ਕੋਈ ਜਾਣ ਸਭੇਵ। ਗਰੀਬਨ ਵਾਸ ਸਤਿਗੁਰੂ ਜੀ ਫਰਮਾਉਂਦੇ ਨੇ ਆਤਮੰ ਸ੍ਰੀ ਵਾਸੁਦੇਵਸ, ਜਿਹੜਾ ਆਤਮਾ ਹੈ ਸ਼੍ਰੀ ਸ਼੍ਰੋਮਣੀ ਵਾਸੁਦੇਵ, ਸਭ ਨੂੰ ਵਾਸਾ ਦੇਣ ਵਾਲਾ ਕੌਣ ਹੈ? ਅਕਾਲ ਪੁਰਖ। ਇਹ ਆਤਮਾ ਪਰਮਾਤਮਾ ਦਾ ਰੂਪ ਹੈ।
ਹਰ ਹਰ ਜਨ ਦੁਈ ਏਕ ਹੈ, ਬਿਬ ਵਿਚਾਰ ਕਛ ਨਾਹੀਂ, ਜਲ ਤੇ ਉਪਜ ਤਰੰਗ ਜਿਉ ਜਲ ਹੀ ਵਿਖੈ ਸਮਾਹੇ। ਜਿਵੇਂ ਪਾਣੀ ਦੀ ਲਹਿਰ ਕਦੇ ਪਾਣੀ ਤੋਂ ਵੱਖ ਨਹੀਂ ਹੋ ਸਕਦੀ। ਆਤਮਾ ਲਹਿਰ ਹੈ ਤੇ ਪਰਮਾਤਮਾ ਸਾਗਰ ਹੈ। ਆਤਮੰ ਸ੍ਰੀ ਵਾਸਦੇਵਸ, ਆਤਮਾ ਪਰਮੇਸ਼ਰ ਦਾ ਰੂਪ ਹੈ। ਪਰਮੇਸ਼ਰ ਆਤਮਾ ਸਰੂਪ ਹੋ ਕੇ ਸਭ ਦੇ ਅੰਦਰ ਵਸ ਰਿਹਾ ਹੈ। ਜੇ ਕੋਈ ਜਾਣ ਸਪੇਵ, ਜੇ ਕੋਈ ਇਸ ਗੁੱਝੇ ਭੇਤ ਨੂੰ ਜਾਣ ਲਵੇ, ਹਾਜੂਰ ਕਹਿੰਦੇ ਉਹ ਧਨਤਾ ਯੋਗ ਹੈ। ਨਾਨਕ ਤਾਕੋ ਦਾਸ ਹੈ, ਸੋਈ ਨਿਰੰਜਨ ਦੇਵ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਨਾਨਕ ਤਾਕੋ ਦਾਸ ਹੈ, ਵੀ ਮੈਂ ਉਸ ਦਾ ਦਾਸ ਹਾਂ, ਮੈਂ ਉਸ ਦਾ ਸੇਵਾਦਾਰ ਹਾਂ। ਸੋਈ ਨਿਰੰਜਨ ਦੇਵ, ਭਾਈ ਉਹ ਪਰਮੇਸ਼ਰ ਦਾ ਰੂਪ ਹੈ। ਜਿਹੜਾ ਇਸ ਗੱਲ ਨੂੰ ਜਾਣ ਲੈਂਦਾ ਨਾ ਵੀ ਆਤਮਾ ਪਰਮਾਤਮਾ ਦਾ ਰੂਪ ਹੈ ਅਤੇ ਪਰਮਾਤਮਾ ਆਤਮਾ ਰੂਪ ਹੋ ਕੇ ਸਭ ਦੇ ਵਿੱਚ ਬਿਰਾਜਮਾਨ ਹੈ। ਆਤਮਾ ਪ੍ਰਾਤਮਾ ਏਕੋ ਕਰੈ, ਅੰਤਰ ਕੀ ਦੁਬਦਾ ਅੰਤਰ ਮਰੈ। ਜਿਹੜਾ ਆਪਣੀ ਆਤਮਾ ਨੂੰ ਵਾਹਿਗੁਰੂ ਵਿੱਚ ਅਭੇਦ ਕਰ ਲੈਂਦਾ ਹੈ, ਰੱਬ ਦਾ ਰੂਪ ਹੋ ਜਾਂਦਾ ਹੈ, ਮੈਂ ਉਹਦਾ ਦਾਸ ਹਾਂ ਅਤੇ ਉਹ ਪਰਮੇਸ਼ਰ ਦਾ ਸਰੂਪ ਹੈ। ਇਹ ਹੈ ਪਾਵਨ 4 ਸ਼ਲੋਕਾਂ ਦੀ ਕਥਾ ਵਿਚਾਰ ਜੋ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਗੋਪਾਲ ਪੰਡਤ ਦੇ ਪ੍ਰਥਾਏ ਉਚਾਰਨ ਕੀਤੇ। ਇਹਦੇ ਵਿੱਚ ਪਖੰਡ ਦਾ ਖੰਡਨ ਕੀਤਾ ਹੈ, ਜਾਤ ਪਾਤ ਦਾ ਵੀ ਖੰਡਨ ਕੀਤਾ ਹੈ, ਅਤੇ ਨਾਲ ਹੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਜਿਹੜਾ ਉਸ ਵਾਹਿਗੁਰੂ ਪਰਮੇਸ਼ਰ ਨੂੰ, ਆਤਮਾ ਅਤੇ ਪਰਮਾਤਮਾ ਦੇ ਭੇਦ ਨੂੰ ਜਾਣ ਲਵੇ ਅਤੇ ਉਹਨੂੰ ਬ੍ਰਹਮ ਗਿਆਨੀ ਪਰਮੇਸ਼ਰ ਦਾ ਰੂਪ ਬਿਆਨ ਕੀਤਾ ਹੈ। ਆਓ ਆਪਾਂ ਵੀ ਇਸ ਉਪਦੇਸ਼ ਨੂੰ ਸੁਣਿਆ, ਆਪਣੇ ਜੀਵਨ ਵਿੱਚ ਵਸਾਈਏ, ਇਹਦੇ ਨਾਲ ਹੀ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸਭ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ। ਆਤਮੰ ਸ੍ਰੀ ਵਾਸਦੇਵਸ, ਜੇ ਕੋਈ ਜਾਣ ਸਪੇਵ, ਨਾਨਕ ਤਾਕੋ ਦਾਸ ਹੈ, ਸੋਈ ਨਿਰੰਜਨ ਦੇਵ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।